मैं हाँ ਭਲੰਦਰ ਸਿੰਘ ਵਰਮਾਨੀ ਤੇ ਤੁਸੀਂ ਵੇਖ ਰਹੇ ਹੋ ਸਾਡੀ ਖਾਸ ਪੇਸ਼ਕਸ਼ ਅਤੇ ਅੱਜ ਦੀ ਖਾਸ ਮੁਲਾਕਾਤ ਵਿੱਚ ਅਸੀਂ ਕੁਝ ਖਾਸ ਮਹਿਮਾਨ ਆਪਣੇ ਨਾਲ ਲੈ ਕੇ ਆਏ ਹਾਂ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਫੇਰੀ ਤੇ ਰਹੇ ਅਤੇ ਫਿਰ ਉਹਨਾਂ ਦੇ ਨਾਲ ਮੰਤਰੀ ਮੰਡਲ ਦੇ ਕਈ ਵਫਦ ਦੇ ਮੈਂਬਰਸ ਉਹਨਾਂ ਨਾਲ ਮੌਜੂਦ ਹੀ ਸਨ। ਮੈਂਬਰ ਪਾਰਲੀਮੈਂਟਸ ਉਹਨਾਂ ਨਾਲ ਮੌਜੂਦ ਸਨ, ਮੰਤਰੀ ਮੌਜੂਦ ਸਨ, ਪਰ ਨਾਲ ਹੀ ਬਿਜ਼ਨਸ ਡੈਲੀਗੇਟਸ ਵੀ ਉਹਨਾਂ ਨਾਲ ਮੌਜੂਦ ਸਨ। ਅਤੇ ਫਿਰ ਜਦੋਂ ਜਸਟਿਨ ਟਰੂਡੋ ਨੇ ਮੁੰਬਈ ਵੱਲ ਰੁਖ ਕੀਤਾ, ਦਿੱਲੀ ਵੱਲ ਰੁਖ ਕੀਤਾ, ਅੰਮ੍ਰਿਤਸਰ ਵੱਲ ਰੁਖ ਕੀਤਾ ਤਾਂ ਇਹ ਬਿਜ਼ਨਸ ਡੈਲੀਗੇਟਸ ਵੀ ਉਹਨਾਂ ਨਾਲ ਮੌਕੇ 'ਤੇ ਮੌਜੂਦ ਰਹੇ ਅਤੇ ਉਹਨਾਂ ਨਾਲ ਕਈ ਮੀਟਿੰਗਸ ਵਿੱਚ ਹਿੱਸਾ ਵੀ ਲਿਆ ਗਿਆ। ਇਹਨਾਂ ਹੀ ਬਿਜ਼ਨਸ ਡੈਲੀਗੇਸ਼ਨਸ ਵਿੱਚੋਂ ਮੰਨੇ ਪਰਮੰਨੇ ਪੰਜਾਬ ਇੰਸ਼ੋਰੈਂਸ ਦੇ CEO ਸ਼ੇਰਜੰਗ ਸਿੰਘ ਰਾਣਾ ਇਸ ਸਮੇਂ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਅਤੇ ਨਾਲ ਹੀ ਉਹਨਾਂ ਦੀ ਬੇहद ਖੂਬਸੂਰਤ ਵਾਈਫ ਪਤਨੀ ਉਹਨਾਂ ਨਾਲ ਮੌਜੂਦ ਨੇ ਸਾਡੇ ਸਟੂਡੀਓ ਵਿੱਚ। ਬਹੁਤ ਬਹੁਤ ਸਵਾਗਤ ਹੈ ਸ਼ੇਰਜੰਗ ਸਿੰਘ ਜੀ ਔਰ ਹਰਪ੍ਰੀਤ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਇੰਦਰ ਜੀ, ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਫਦ ਵਿੱਚ ਐਜ਼ ਅ ਬਿਜ਼ਨਸ ਡੈਲੀਗੇਟਸ ਮੌਜੂਦ ਸਨ। ਤੁਸੀਂ ਕਿਸ ਤਰ੍ਹਾਂ ਦਾ ਇਸ ਪੂਰੇ ਟੂਰ ਨੂੰ ਵੇਖ ਰਹੇ ਹੋ? ਬਹੁਤ ਵਧੀਆ ਭੁਲੰਦਰ ਜੀ, ਜਿੱਦਾਂ ਆਪਾਂ ਨੂੰ ਪਤਾ ਹੀ ਹੈ ਜਿਹੜਾ ਟੂਰ ਸੀਗਾ ਬੇਸਿਕਲੀ ਟੂ ਪ੍ਰਮੋਟ ਕੈਨੇਡਾ ਐਜ਼ ਦ ਬੈਸਟ ਪਲੇਸ ਟੂ ਡੂ ਬਿਜ਼ਨਸ, ਅਤੇ ਜਿਹੜੀਆਂ ਕੈਨੇਡਾ ਅਤੇ ਇੰਡੀਆ ਦੀਆਂ ਸਟਰੋਂਗ ਟਾਈਜ਼ ਹੈਗੇ ਇਹਨੂੰ ਸਟਰੋਂਗ ਹੋਰ ਕਰਨ ਦੇ ਲਈ ਇਹ ਬਿਜ਼ਨਸ ਟੂਰ ਜਿਹੜਾ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਆਨਰੇਬਲ ਜਸਟਿਨ ਟਰੂਡੋ ਉਹਨਾਂ ਨੇ ਉਹ ਲਿਖਿਆ ਸੀਗਾ। ਅਤੇ 1 ਵੀਕ ਦਾ ਇਹ ਟੂਰ ਸੀਗਾ, ਬਹੁਤ ਵਧੀਆ ਰਿਹਾ। ਅਪਰੋਕਸੀਮੇਟਲੀ $1 ਬਿਲੀਅਨ ਦਾ ਜਿਹੜੇ ਕੰਟਰੈਕਟ ਸਾਈਨ ਹੋਏ ਬੰਬੇ ਦੇ ਵਿੱਚ ਟਾਟਾਸ, ਬਿਰਲਾਸ ਅਤੇ ਹੋਰ ਕਾਫੀ ਵੱਡੀਆਂ ਕੰਪਨੀਆਂ ਮਹਿੰਦਰਾਸ ਵਗੈਰਾ ਸੀਗੀਆਂ, ਜਿਹਦੇ ਨਾਲ ਕੀ ਹੈ ਸਾਡੇ ਪ੍ਰਾਈਮ ਮਿਨਿਸਟਰ ਦੇ ਨਾਲ ਉਹਨਾਂ ਦੀ ਮੀਟਿੰਗਸ ਸੈੱਟ ਹੋਈਆਂ ਅਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਵੀ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਹੋਰ ਬਿਜ਼ਨਸ ਜਿਹੜਾ ਹੈਗਾ ਟਰਾਈ ਕਰ ਸਕਦੇ ਹੈਗੇ। ਪਰ ਜੇਕਰ ਬਿਜ਼ਨਸ ਡੈਲੀਗੇਟਸ ਹੋਰ ਵੀ ਇੱਥੇ ਮੌਜੂਦ ਹੋਣਗੇ ਤਾਂ ਕਿਸ ਤਰ੍ਹਾਂ ਦੀਆਂ ਮੀਟਿੰਗਸ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ? ਬੇਸਿਕਲੀ ਜੀ ਜਿਹੜਾ ਸਾਡਾ ਕੰਮ ਸੀਗਾ ਵੀ ਸਟਰੋਂਗ ਟਾਈਜ਼ ਬਿਟਵੀਨ ਕੈਨੇਡਾ ਅਤੇ ਇੰਡੀਆ ਦੇ ਸੀਗਾ, ਅਤੇ ਕਿੱਦਾਂ ਆਪਾਂ ਹੋਰ ਰੁਜ਼ਗਾਰ ਆਪਣਾ ਕਰ ਸਕਦੇ ਹੈਗੇ ਕੈਨੇਡਾ ਅਤੇ ਇੰਡੀਆ ਦੇ ਵਿੱਚ। ਦੱਸਣਾ ਚਾਹੁੰਦੇ ਹੈਗੇ ਵੀ 82% ਜਿਹੜਾ ਬਿਜ਼ਨਸ ਹੈਗਾ ਇਸ ਸਮੇਂ ਕੈਨੇਡਾ ਅਤੇ US ਦਾ 82% ਬਿਜ਼ਨਸ ਚੱਲ ਰਿਹਾ ਹੈਗਾ। ਉਸ ਤੋਂ ਬਾਅਦ ਚਾਈਨਾ ਦੇ ਨਾਲ $100 ਬਿਲੀਅਨ ਦਾ ਹਰ ਸਾਲ ਬਿਜ਼ਨਸ ਕੀਤਾ ਜਾਂਦਾ ਹੈਗਾ, ਜਦੋਂ ਕਿ ਇੰਡੀਆ ਨਾਲ ਸਿਰਫ $8 ਬਿਲੀਅਨ ਦਾ ਬਿਜ਼ਨਸ ਹੁੰਦਾ ਸੀਗਾ। ਇਹੀ ਕਾਰਨ ਸੀਗਾ ਵੀ ਬੜਾ ਚਾਂਸਿਸ ਸੀਗੇ ਜਿੱਦਾਂ ਆਪਣੀ ਇੱਥੋਂ ਦੀ ਸਟਰੋਂਗ ਸਾਡਾ ਯੂਥ ਹੈਗਾ, ਪੜ੍ਹੇ ਲਿਖੇ ਬੱਚੇ ਹੈਗੇ ਨੇ ਜਿਹੜੇ ਕਿ ਕੈਨੇਡਾ ਦੇ ਵਿੱਚ ਜਾ ਕੇ ਆਪਣੇ ਵਧੀਆ ਰੁਜ਼ਗਾਰ ਨੂੰ ਸੈੱਟ ਕਰ ਸਕਦੇ ਨੇ। ਸੋ ਉਹਦੇ ਲਈ ਉਹਨਾਂ ਨੇ ਕਾਫੀ ਜਿਹੜੀਆਂ ਹੈਗੀਆਂ ਸਾਨੂੰ ਚੀਜ਼ਾਂ ਦੱਸੀਆਂ ਜਿਹਦੇ 'ਚ ਕੀ ਹੈਗਾ ਵੀ ਈਜ਼ੀਲੀ ਕੋਈ ਵੀ ਪਰਸਨ ਜਿਹੜਾ ਹੈ ਕੈਨੇਡਾ 'ਚ ਜਾ ਕੇ ਆਪਣੇ ਆਪ ਨੂੰ ਸੈਟਲ ਕਰ ਸਕਦਾ ਹੈਗਾ। ਤੁਹਾਡੀ ਆਪਣੀ ਕੰਪਨੀ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਕੰਪਨੀ ਨੂੰ ਵੇਖਦੇ ਹੋ ਕੈਨੇਡਾ ਵਿੱਚ? ਜ਼ਰੂਰ ਜੀ, ਜਿੱਦਾਂ ਸਭ ਨੂੰ ਪਤਾ ਹੀ ਹੈ ਵੀ 2006 ਦੇ ਵਿੱਚ ਅਸੀਂ ਪੰਜਾਬ ਇੰਸ਼ੋਰੈਂਸ ਇਸਟੈਬਲਿਸ਼ ਕੀਤੀ ਸੀਗੀ। ਹੈੱਡ ਆਫਿਸ ਸਾਡਾ ਟੋਰਾਂਟੋ ਦੇ ਵਿੱਚ ਹੈਗਾ। ਇਸ ਤੋਂ ਇਲਾਵਾ ਸਾਡੇ ਮੇਨ ਆਫਿਸ ਹੈਗੇ ਨੇ ਸਰੀ ਦੇ ਵਿੱਚ, ਐਬਸਫੋਰਡ, ਕੈਲਗਰੀ, ਐਡਮਿੰਟਨ, ਵਿਨੀਪੈਗ, ਅਤੇ ਇਸ ਤੋਂ ਇਲਾਵਾ ਸਾਡਾ ਜਿਹੜਾ ਬੇਸਿਕ ਜਿਹੜਾ ਹੈਗਾ ਵੀ ਪੂਰੇ ਕੈਨੇਡਾ ਨੂੰ ਕਵਰ ਕਰਨਾ ਹੈਗਾ। 2 ਆਫਿਸ ਸਾਡੇ US ਦੇ ਵਿੱਚ ਵੀ ਹੈਗੇ ਨੇ, ਇੱਕ ਯੂਬਾ ਸਿਟੀ ਦੇ ਵਿੱਚ ਅਤੇ ਇੱਕ ਇੰਡੀਆਨਾ ਦੇ ਵਿੱਚ ਜੀ। ਸੋ ਸਾਡੀ ਕਮਿਊਨਿਟੀ ਨੇ ਸਾਡੇ 'ਤੇ ਬਹੁਤ ਵੱਡਾ ਫੇਥ ਕੀਤਾ ਐਂਡ ਇਹੀ ਟਰਸਟ ਹੀ ਹੈਗਾ ਜਿਹਦੇ ਨਾਲ ਕਿ ਡੇ ਬਾਏ ਡੇ ਪੰਜਾਬ ਇੰਸ਼ੋਰੈਂਸ ਨੇ ਹਮੇਸ਼ਾ ਜਿਹੜੀ ਤਰੱਕੀ ਕੀਤੀ ਹੈ ਐਂਡ ਹਮੇਸ਼ਾ ਅਸੀਂ ਆਪਣੀ ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਜੀ। ਜੀ, ਇੱਕ ਪਤਨੀ ਦਾ ਬਹੁਤ ਮਜ਼ਬੂਤ ਰੋਲ ਹੁੰਦਾ ਹੈ ਆਪਣੇ ਪਤੀ ਦੇ ਲਾਈਫ ਵਿੱਚ, ਆਪਣੀ ਪਤੀ ਦੇ ਜੌਬ ਵਿੱਚ। ਹਰਪ੍ਰੀਤ ਕੌਰ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈ ਪੰਜਾਬ ਇੰਸ਼ੋਰੈਂਸ ਦੇ ਵਿੱਚ? Absolutely ji, thank you so much Palander. It's very nice being here in PTC and we are shooting in India. ਪਹਿਲੇ ਤਾਂ ਬੜਾ ਚੰਗਾ ਲੱਗਿਆ ਕਿ ਅਸੀਂ ਆਨਰੇਬਲ ਮਿਸਟਰ ਜਸਟਿਨ ਟਰੂਡੋ ਦੇ ਨਾਲ ਆਏ ਹਾਂ। ਵੀ ਕਮ ਹੀਅਰ ਟੂ ਇੰਡੀਆ, ਅਸੀਂ ਸਾਲ 'ਚ ਇੱਕ ਵਾਰੀ ਜ਼ਰੂਰ ਆਉਂਦੇ ਹਾਂ ਬੱਚਿਆਂ ਨੂੰ ਲੈ ਕੇ, ਬਟ ਦਿਸ ਟ੍ਰਿਪ ਵਾਜ਼ ਵਿਦ ਡੈਲੀਗੇਸ਼ਨ, ਬੀਇੰਗ ਅ ਪਾਰਟ ਆਫ ਡੈਲੀਗੇਸ਼ਨ, ਐਂਡ ਬਹੁਤ ਚੰਗਾ ਲੱਗਿਆ। ਬਾਕੀ ਮਾਈ ਰੋਲ in Punjab Insurance is I specialize more towards the visitor insurance, travel insurance and super visa insurance. Yes. ਪਰ ਤੁਹਾਡੀ ਕੰਪਨੀ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਲੋਕਾਂ ਨੂੰ ਪ੍ਰੋਵਾਈਡ ਕਰਦੀ ਹੈ? ਹਾਂਜੀ, we deal in all the general ਜਿਹੜੀ personal insurance ਹੁੰਦੀ ਹੈ, sorry not general, personal insurance, ਜਿਹਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਬੱਚਿਆਂ ਦੀ RESP, RRSP, ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ ਇੰਸ਼ੋਰੈਂਸ, ਇਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਅਸੀਂ। ਹਾਂਜੀ, ਕਸਟਮਰਸ ਨੂੰ ਆਪਣੇ ਨਾਲ ਲੈ ਕੇ ਆਉਣਾ ਬਹੁਤ ਔਖਾ ਹੈ ਜਦੋਂ, ਕਿਉਂਕਿ ਅਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ। ਇੰਸ਼ੋਰੈਂਸ ਵੇਚਣੀ ਕਹਿੰਦੇ ਬਹੁਤ ਹੀ ਔਖੀ ਹੈ। ਕੈਨੇਡਾ ਵਿੱਚ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ? you know what, ਜਦੋਂ you are focused towards your work, nothing is difficult for you, right? So ਅਸੀਂ fully focused ਹੈਗੇ ਹਾਂ as husband wife. We are working together. We have a team of approximately 300 brokers working with us, and we feel so proud ki mostly everybody is from Punjab. Punjabi hai sade brokers, and our clients are also brokers, and I thank you everybody
ਕਿ ਤੁਹਾਡੀ ਸਪੋਰਟ ਦੇ ਨਾਲ ਵੀ ਆਰ ਹੀਅਰ ਰਾਈਟ ਇਨ ਫਰੰਟ ਆਫ ਯੂ ਵੀ ਵਰ ਅ ਪਾਰਟ ਆਫ ਦ ਡੈਲੀਗੇਸ਼ਨ ਬਿਕਾਜ਼ ਆਫ ਦ ਸਪੋਰਟ ਆਫ ਦ ਕਮਿਊਨਿਟੀ ਸੋ ਵੀ ਆਰ ਫੁੱਲੀ ਫੋਕਸਡ ਐਂਡ ਪੂਰੇ ਪੈਸ਼ਨ ਦੇ ਨਾਲ ਅਸੀਂ ਕੰਮ ਕਰਦੇ ਐਂਡ ਵੀ ਹੈਵ ਯੂ ਨੋ ਫੁੱਲ ਸਪੋਰਟ ਲੋਕੀ ਬਿਲੀਵ ਕਰਦੇ ਆ ਵੀ ਐਜੂਕੇਟ them about insurance and I think we are succeeding in what we are doing. ਬਿਲਕੁਲ ਬਹੁਤ ਖੂਬ। ਔਰ ਸ਼ੇਸ਼ ਚੰਗਨ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪੰਜਾਬ ਤੋਂ ਤੁਸੀਂ ਕੈਨੇਡਾ ਗਏ ਹੋ, ਉੱਥੇ ਜਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੈਟਲ ਕੀਤਾ ਹੈ, ਕਿਸ ਤਰ੍ਹਾਂ ਦਾ ਵੇਖਦੇ ਹੋ ਇਹ ਸਫ਼ਰ ਪੂਰਾ? ਐਂ ਲੱਗਦਾ ਹੈ ਜਿਵੇਂ ਥੋੜਾ ਹੀ ਸਮਾਂ ਹੋਇਆ, ਵੈਸੇ ਤਾਂ ਕਾਫੀ ਸਾਲ ਹੋ ਗਏ। 96 ਦੇ ਵਿੱਚ ਕੈਨੇਡਾ ਦੇ ਵਿੱਚ ਮੈਂ ਗਿਆ ਸੀਗਾ। ਆਈ ਵਾਸ ਅ ਲਾਇਰ ਇੱਥੇ ਇੰਡੀਆ ਦੇ ਵਿੱਚ, ਤੇ ਉੱਥੇ ਜਾ ਕੇ 3 ਸਾਲ ਦਾ ਜ਼ਰੂਰ ਸਟਰਗਲ ਕਰਨਾ ਪਿਆ ਜਿੱਦਾਂ ਦਾ ਉੱਥੇ ਸਾਈਕਲ ਹੈਗਾ। ਤੇ ਸੰਨ 2000 ਦੇ ਵਿੱਚ ਮੈਂ ਇੰਸ਼ੋਰੈਂਸ ਦਾ ਜਿਹੜਾ ਲਾਇਸੈਂਸ ਜਿਹੜਾ ਹੈਗਾ ਲਿਆ ਸੀਗਾ। ਤੇ ਜਿੱਦਾਂ ਦੱਸਿਆ ਵੀ ਪੰਜਾਬ ਇੰਸ਼ੋਰੈਂਸ ਅਸੀਂ 2006 ਦੇ ਵਿੱਚ ਇਸਟੈਬਲਿਸ਼ ਕੀਤੀ। ਮੇਰੇ ਨਾਲ ਮੇਰੇ ਪਾਰਟਨਰ ਹੈਗੇ ਸੰਦੀਪ ਅਹੂਜਾ ਜੀ, ਜੋ ਕਿ ਇਸ ਵਕਤ ਸਰੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਇੰਸ਼ੋਰੈਂਸ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੈਗੇ ਨੇ। ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜੀ ਆਪਣੀ ਕਮਿਊਨਿਟੀ ਹੈਗੀ ਹੈ, ਇੱਕ ਰਿਚ ਕਮਿਊਨਿਟੀ ਹੈਗੀ ਹੈ। ਜਿੰਨੇ ਲੋਕ ਵੀ ਪੰਜਾਬ ਤੋਂ ਜਾਂ ਇੰਡੀਆ ਦੇ ਕਿਸੇ ਵੀ ਸ਼ਹਿਰ 'ਚੋਂ ਇੱਥੇ ਕੈਨੇਡਾ 'ਚ ਗਏ ਨੇ, ਉੱਥੇ ਗੁਰਪਲਿੰਦਰ ਜੀ ਵੀ ਅਸੀਂ ਆਪਣੀਆਂ ਵੱਡੀਆਂ ਵੱਡੀਆਂ ਲਾਇਬਿਲਿਟੀਜ਼ ਲਈਆਂ ਹੋਈਆਂ ਨੇ, ਘਰ ਬਾਏ ਕੀਤੇ ਹੋਏ ਨੇ, ਬਿਜ਼ਨਸ ਸੈਟਅਪ ਕੀਤੇ ਹੋਏ ਨੇ। ਸਾਡੇ ਇੱਕ ਬੱਚੇ ਵਧੀਆ ਸਕੂਲ ਦੇ ਵਿੱਚ ਜਾ ਰਹੇ ਹੈਗੇ ਨੇ। ਸੋ ਕਹਿਣ ਦਾ ਮਤਲਬ ਹੈ ਵੀ ਜਿਹੜੀਆਂ ਸਾਡੀਆਂ ਲਾਇਬਿਲਿਟੀਜ਼ ਜਾਂ ਜਿਹੜੇ ਪ੍ਰੋਮਿਸ ਅਸੀਂ ਪੈਸੇ ਨਾਲ ਕੀਤੇ ਹੁੰਦੇ ਨੇ, ਉਹ ਸਿਰਫ ਪੈਸੇ ਦੇ ਨਾਲ ਹੀ ਕਵਰ ਕਰ ਸਕਦੇ ਹਾਂ। ਵੀ ਆਪਾਂ ਹੁਣ ਬਾਰਟਰ ਸਿਸਟਮ ਦੇ ਵਿੱਚ ਨਹੀਂ ਹੈ ਵੀ ਠੀਕ ਹੈ ਕਿਸੇ ਸਮੇਂ ਹੁੰਦਾ ਸੀ ਆਪਾਂ ਕੋਈ ਚੀਜ਼ ਦੇ ਦਿੱਤੀ, ਉਹਦੀ ਜਗ੍ਹਾ ਪੈਸੇ ਦੇਣ ਦੀ ਲੋੜ ਨਹੀਂ ਸੀ ਹੁੰਦੀ। ਸੋ ਆਲਵੇਜ਼ ਅਸੀਂ ਲੋਕਾਂ ਨੂੰ ਇਹੀ ਮੈਸੇਜ ਦਿੱਤਾ ਹੈਗਾ ਵੀ ਜਦੋਂ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਆਏ ਹੈਗੇ ਆ, ਸਾਡਾ ਜਿਹੜਾ ਰਿਸਕ ਲੈਵਲ ਹੈ ਉਹ ਹੋਰ ਵੱਧ ਜਾਂਦਾ ਹੈ। ਬਿਕਾਜ਼ ਇੰਡੀਆ ਦੇ ਵਿੱਚ ਠੀਕ ਹੈ ਸਾਡੇ ਕੋਲ ਘਰ-ਬਾਰ ਆਪਣਾ ਹੁੰਦਾ, ਪੇ ਆਫ ਕੀਤਾ ਹੁੰਦਾ, ਉਸ ਤੋਂ ਬਾਅਦ ਜ਼ਮੀਨ ਜਾਇਦਾਦ ਕੁਛ ਨਾ ਕੁਛ ਜ਼ਰੂਰ ਹੁੰਦਾ। ਪਰ ਜਦੋਂ ਆਪਾਂ ਇੱਕ ਡਿਫਰੈਂਟ ਕੰਟਰੀ ਦੇ ਵਿੱਚ ਹੈਗੇ ਆ, ਉੱਥੇ ਇੱਕ ਰਿਸਕ ਲੈਵਲ ਜਿਹੜਾ ਹੈਗਾ ਕੁਛ ਐਕਸਟਰਾ ਜਿਹੜਾ ਐਸੋਸੀਏਟਿਡ ਹੋ ਜਾਂਦਾ। ਇਹੀ ਕਾਰਨ ਹੈ ਅਸੀਂ ਆਲਵੇਜ਼ ਆਪਣੀ ਕਮਿਊਨਿਟੀ ਨੂੰ ਇਹ ਮੈਸੇਜ ਦਿੱਤਾ। ਐਂਡ ਖੁਸ਼ੀ ਵਾਲੀ ਗੱਲ ਹੈ ਵੀ ਜਿਹੜਾ ਸਾਡਾ ਮੈਸੇਜ ਸੀ ਬੜਾ ਸਿੰਪਲ ਸੀਗਾ ਐਂਡ ਸਾਰਿਆਂ ਨੇ ਅਸੈਪਟ ਕਰ ਲਿਆ। ਸੋ ਜਦੋਂ ਤੁਹਾਡੀ ਕੋਈ ਵੀ ਚੀਜ਼ ਅਸੈਪਟ ਹੋ ਜਾਂਦੀ ਹੈ ਕਮਿਊਨਿਟੀ ਨੂੰ, ਦੈਨ ਤੁਸੀਂ ਆਟੋਮੈਟਿਕਲੀ ਜਿਹੜਾ ਹੈ ਸਕਸੈਸਫੁਲ ਹੋਣਾ ਹੁੰਦਾ। ਸੋ ਮੈਂ ਧੰਨਵਾਦ ਕਰਦਾ ਸਾਰਾ ਆਪਣੀ ਕਮਿਊਨਿਟੀ ਦਾ, ਜਿਨ੍ਹਾਂ ਨੇ ਸਾਨੂੰ ਐਵਰੀ ਡੇ ਅਸੀਂ ਜੋ ਵੀ ਕੁਝ ਅਸੀਂ ਆਪਣੀ ਕਮਿਊਨਿਟੀ ਲੈ ਕੇ ਆਏ, ਸਾਨੂੰ ਉਹਨਾਂ ਨੇ ਸਾਥ ਦਿੱਤਾ ਤੇ ਅਸੀਂ ਡੇ ਬਾਏ ਡੇ ਜਿਹੜਾ ਸਕਸੈਸਫੁਲ ਹੁੰਦੇ ਗਏ ਜੀ। ਤੁਸੀਂ ਪੰਜਾਬ ਕਿੱਥੋਂ ਬਿਲੋਂਗ ਕਰਦੇ ਹੋ? ਪੰਜਾਬ ਚੋਂ ਜੀ ਮੈਂ ਲੁਧਿਆਣਾ ਸ਼ਹਿਰ ਤੋਂ ਹਾਂ। ਲੁਧਿਆਣੇ ਬੌਰਨ ਬਰੌਟ ਅਪ, ਉੱਥੇ ਸਟੱਡੀ ਕੀਤੀ। ਗਵਰਨਮੈਂਟ ਕਾਲਜ ਦੇ ਵਿੱਚ ਮੈਂ ਸਟੱਡੀ ਕੀਤੀ, ਉਸ ਤੋਂ ਬਾਅਦ ਲਾਅ ਕੀਤਾ ਸੀਗਾ। ਤੇ ਲੱਕੀਲੀ ਜਿਹੜੇ ਮੇਰੇ ਵਾਈਫ ਹੈ ਹਰਪ੍ਰੀਤ ਕੌਰ ਰਾਣਾ, ਸ਼ੀ ਇਜ਼ ਆਲਸੋ ਫਰੋਮ ਲੁਧਿਆਣਾ। ਓਕੇ। ਤੇ ਜਦੋਂ ਘਰ ਵਿੱਚ ਇੱਕ ਅਹਿਮ ਭੂਮਿਕਾ ਹੁੰਦੀ ਹੈ ਪਤਨੀ ਦੀ, ਜਦੋਂ ਜੌਬ ਵਿੱਚ ਤੁਸੀਂ ਇਕੱਠੇ ਹੁੰਦੇ ਹੋ, ਜਦੋਂ ਕੰਮ ਵਿੱਚ ਇਕੱਠੇ ਹੁੰਦੇ ਹੋ, ਤਾਂ ਕਿੰਨਾ ਕੁ ਪ੍ਰੈਸ਼ਰ ਹੁੰਦਾ ਇਹਨਾਂ ਦਾ ਤੁਹਾਡੇ ਤੇ? ਪ੍ਰੈਸ਼ਰ ਤਾਂ ਮੇਰੇ ਸਾਹਮਣੇ ਦਾ ਆਨਸਰ ਹਰਪ੍ਰੀਤ ਹੀ ਕਰ ਸਕਦੇ ਨੇ। ਬੇਸਿਕਲੀ ਪਹਿਲਾਂ ਜਿਹੜਾ ਵੀ ਕੋਈ ਕੰਮ ਹੁੰਦਾ ਹੈ, ਜਦੋਂ ਤੁਹਾਡਾ ਪੈਸ਼ਨ ਬਣ ਜਾਂਦਾ ਹੈ ਪਲਿੰਦਰ ਜੀ, ਉਦੋਂ ਹੋਰ ਮਜ਼ਾ ਆਉਂਦਾ ਹੈ ਕੰਮ ਕਰਨ ਦਾ। ਸੋ ਇਸ ਵਕਤ ਕਹਿ ਲਿਆ ਜਾਵੇ ਵੀ ਸਾਡਾ ਪੈਸ਼ਨ ਹੈ, ਬਿਜ਼ਨਸ ਤਾਂ ਇੱਕ ਪਾਸੇ ਹੈਗਾ ਹੀ ਹੈ। ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ, ਜਿੱਦਾਂ ਮੈਂ ਐਗਜ਼ਾਮਪਲ ਕਰਦਾ, ਕਿੰਨੇ ਲੋਕ ਹੈ ਜਿਹੜੇ ਆਪਣਾ ਕੈਨੇਡਾ ਦੇ ਵਿੱਚ ਮਾਈਗ੍ਰੇਟ ਹੋ ਕੇ ਆਉਂਦੇ ਹੈਗੇ ਨੇ। ਸਾਡੇ ਜਿਹੜੇ ਬੱਚੇ ਨੇ, ਕਿੰਨੇ ਸਟੂਡੈਂਟ ਆਉਂਦੇ ਨੇ। ਅਕੋਰਡਿੰਗ ਟੂ ਆਵਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, 2017 ਦੇ ਵਿੱਚ 1,25,000 ਸਟੂਡੈਂਟਸ ਜਿਹੜੇ ਹੈਗੇ ਨੇ ਕੈਨੇਡਾ ਦੇ ਵਿੱਚ ਗਏ ਹੈਗੇ ਨੇ ਜੀ। ਐਂਡ ਉਹਨਾਂ ਦੇ ਕਹਿਣ ਮੁਤਾਬਿਕ 2018 ਤੇ 19 ਦੇ ਵਿੱਚ ਅਸੀਂ ਜਿਹੜੇ ਨੰਬਰ ਹੈ ਇਸ ਤੋਂ ਜ਼ਿਆਦਾ ਐਕਸਪੈਕਟ ਕਰ ਰਹੇ ਹੈਗੇ ਆ। ਉਹ ਹੋਰ ਵੈਲਕਮ ਕਰ ਰਹੇ ਨੇ ਬਿਕਾਜ਼ ਜਿਹੜਾ ਯੂਥ ਹੈਗਾ ਉਹ ਕੈਨੇਡਾ ਦੀ ਤਰੱਕੀ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਪਾਰਟਿਸਿਪੇਟ ਕਰ ਰਿਹਾ ਹੈਗਾ। ਐਂਡ ਪੰਜਾਬ ਇੰਸ਼ੋਰੈਂਸ ਦਾ ਜਿਹੜਾ ਰੋਲ ਆਉਂਦਾ ਹੈਗਾ, ਸਾਡੀ ਇਹ ਕੋਸ਼ਿਸ਼ ਹੈ ਜਿਹੜੇ ਬੱਚੇ ਆਪਣੇ ਕੈਨੇਡਾ ਦੇ ਵਿੱਚ ਆਉਂਦੇ ਹੈਗੇ ਨੇ, ਉਹਨਾਂ ਨੂੰ ਆਪਣੀ ਸਟੱਡੀ ਦੇ ਨਾਲ ਆਪਣੀ ਫੀਸ ਨੂੰ ਪੇ ਕਰਨ ਲਈ ਜਾਂ ਹੋਰ ਖਰਚੇ ਪੂਰੇ ਕਰਨ ਲਈ ਕਿੰਨੇ ਔਡ ਜੌਬ ਕਰਨੇ ਪੈਂਦੇ ਹੈਗੇ ਨੇ। ਸੋ ਸਾਡੀ ਕੋਸ਼ਿਸ਼ ਹੈ ਪੰਜਾਬ ਇੰਸ਼ੋਰੈਂਸ ਵੱਲੋਂ ਕੋਈ ਅਸੀਂ ਉਹਨਾਂ ਨੂੰ ਇੱਦਾਂ ਦਾ ਪ੍ਰੋਗਰਾਮ ਦਈਏ ਜਿਹਦੇ 'ਚ ਕਿ ਉਹ ਇੰਸ਼ੋਰੈਂਸ ਫੀਲਡ ਨੂੰ ਜੁਆਇਨ ਕਰਕੇ ਉਹ ਇੱਕ ਵਧੀਆ ਆਪਣੀ ਲਿਵਿੰਗ ਬਣਾ ਸਕਦੇ ਹੈਗੇ ਨੇ। ਉਹਨਾਂ ਨੂੰ ਔਡ ਜੌਬਸ ਨਹੀਂ ਕਰਨਾ ਪਏਗਾ, ਉਹਦੇ ਲਈ ਅਸੀਂ ਪ੍ਰੋਪਰ ਸਪੋਰਟ ਕਰਾਂਗੇ। ਸਾਡੇ ਕੋਲ ਇਨਫਰਾਸਟ੍ਰਕਚਰ ਹੈ, ਇਨਵਾਇਰਮੈਂਟ ਹੈਗਾ। ਜਿਹੜੇ ਸਾਡੇ ਆਫਿਸ ਹੈਗੇ ਜਿੱਦਾਂ ਦੱਸਿਆ, ਟੋਰਾਂਟੋ, ਸਰੀ, ਕੈਲਗਰੀ, ਐਡਮਿੰਟਨ, ਵਿਨੀਪੈਗ, ਇਸ ਤੋਂ ਇਲਾਵਾ ਐਬਸਫੋਰਡ, ਇਹ ਜਿਹੜੇ ਸਾਡੇ 6 ਆਫਿਸ ਹੈਗੇ, ਅਸੀਂ ਤੁਹਾਨੂੰ ਪ੍ਰੋਪਰ ਸਪੋਰਟ ਕਰਦੇ ਹਾਂ। ਕਿੱਦਾਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਹੈਗਾ, ਇੰਸ਼ੋਰੈਂਸ ਦਾ ਲਾਇਸੈਂਸ ਲੈ ਕੇ ਉਸ ਤੋਂ ਬਾਅਦ ਇਹਦਾ ਕਿੱਦਾਂ ਇਸ ਫੀਲਡ ਵਿੱਚ ਕਾਮਯਾਬ ਹੋਣਾ ਹੈ, ਇਹ ਸਾਰੀ ਸਪੋਰਟ ਲਈ ਸਾਡੇ ਕੋਲ ਸਾਡੇ ਮੈਨੇਜਮੈਂਟ ਟੀਮ ਹੈ, ਸਾਡੇ ਮੈਨੇਜਰਸ ਨੇ। ਇਹ ਕਾਫੀ ਵਧੀਆ ਗਰੁੱਪ ਹੈਗਾ ਜਿਹੜਾ ਹਮੇਸ਼ਾ ਜਿਹੜਾ ਕੋਸ਼ਿਸ਼ ਕਰਦਾ ਹੈਗਾ ਸਪੋਰਟ ਕਰੀਏ ਆਪਾਂ ਜਿੰਨੇ ਲੋਕ ਵੀ ਸਾਡੇ ਕੋਲ ਐਟ ਪ੍ਰੈਜ਼ੈਂਟ ਕੰਮ ਕਰ ਰਹੇ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਵੀ ਜੁਆਇਨ ਕਰਨਾ ਹੈਗਾ, ਅਸੀਂ ਉਹਨਾਂ ਨੂੰ ਪ੍ਰੋਪਰ ਸਪੋਰਟ ਕਰਾਂਗੇ, ਜਿਹਦੇ ਨਾਲ ਕੀ ਹੈਗਾ ਉਹ ਆਪਣੇ ਇੱਕ ਤਾਂ ਰੁਜ਼ਗਾਰ ਤਾਂ ਉਹਨਾਂ ਨੂੰ ਮਿਲੇਗਾ ਹੀ ਮਿਲੇਗਾ, ਇਸ ਤੋਂ ਇਲਾਵਾ ਉਹ ਆਪਣੀ ਕਮਿਊਨਿਟੀ ਦੀ ਆਪਣਾ ਪ੍ਰੋਪਰ ਜਿਹੜਾ ਇੰਸ਼ੋਰੈਂਸ ਦੇ ਨਾਲ
ਜਿਹੜਾ ਪ੍ਰੋਪਰ ਸੇਵਾ ਕਰ ਸਕਦੇ ਨੇ ਜੀ। ਬਿਲਕੁਲ। ਸੋ ਸਾਡੀ ਖਾਸ ਪੇਸ਼ਕਸ਼ ਲਗਾਤਾਰ ਜਾਰੀ ਰਹੇਗੀ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਛੇਤੀ ਹਾਜ਼ਰ ਹੋ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਔਰ ਸਾਡੇ ਸਟੂਡੀਓ ਵਿੱਚ ਅੱਜ ਮੌਜੂਦ ਨੇ ਸ਼ੇਰਜੰਗ ਸਿੰਘ ਰਾਣਾ ਅਤੇ ਉਹਨਾਂ ਦੀ ਪਤਨੀ ਹਰਪ੍ਰੀਤ ਕੌਰ ਰਾਣਾ। ਹਰਪ੍ਰੀਤ ਕੌਰ ਜੀ, ਇੱਕ ਬਿਜ਼ਨਸ ਟਾਈਕੂਨ ਨਾਲ ਤੁਹਾਡਾ ਵਿਆਹ ਹੋਇਆ ਔਰ ਜਦੋਂ ਬਿਜ਼ਨਸ ਟਾਈਕੂਨ ਆਪਣੀ ਮੀਟਿੰਗਸ ਵਿੱਚ ਬੈਠਾ ਹੁੰਦਾ ਹੈ ਤੁਸੀਂ ਆਪਣੀਆਂ ਸੁਜੈਸ਼ਨਸ ਦਿੰਦੇ ਹੋ, ਤੁਹਾਡੀਆਂ ਸੁਜੈਸ਼ਨਸ ਨੂੰ ਸੁਣਦੇ ਨੇ? Absolutely, he does. He's always open to suggestions, and I think you should be, right? Because ਤੁਸੀਂ ਕਦੀ ਵੀ fully knowledgeable ਨਹੀਂ ਹੁੰਦੇ. You should always learn, and he does too. And basically, I would like to add a bit more to it. ਇੱਕ super visa ਸ਼ੁਰੂ ਕੀਤਾ ਗਿਆ ਕੈਨੇਡੀਅਨ ਗਵਰਨਮੈਂਟ ਵੱਲੋਂ in 2011, right? I'm not wrong. Yeah, 2011. So ਜਿਹਦੇ ਵਿੱਚ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਆ ਸਕਦੇ ਨੇ ਕੈਨੇਡਾ ਦੇ ਵਿੱਚ। ਓਨਲੀ ਉਹਨਾਂ ਲੋਕਾਂ ਦੇ ਪੇਰੈਂਟਸ ਗ੍ਰੈਂਡ ਪੇਰੈਂਟਸ ਜਿਹੜੇ ਕੈਨੇਡੀਅਨ ਰੈਜ਼ੀਡੈਂਟਸ ਹੈਗੇ ਆ। ਓਕੇ। means PR ਹੈਗੇ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਹੈਗੇ ਹੋ, you can have your parents and grandparents come on super visa। ਕਾਫੀ ਸਾਲ ਲੱਗ ਜਾਂਦੇ ਸੀ ਜਦੋਂ ਤੁਸੀਂ ਪੇਰੈਂਟਸ ਨੂੰ ਅਪਲਾਈ ਕਰਦੇ ਹੋ ਪਰਮਾਨੈਂਟ ਬੇਸਿਸ ਤੇ 6-7 ਸਾਲ 10 ਸਾਲ ਲੱਗ ਜਾਂਦੇ ਸੀਗੇ। ਸੋ ਹੁਣ ਅਪਰੋਕਸੀਮੇਟਲੀ ਇਮੀਗ੍ਰੇਸ਼ਨ ਵੱਲੋਂ 8 ਵੀਕਸ ਦਾ ਟਾਈਮ ਦਿੱਤਾ ਗਿਆ। ਤੁਹਾਡੀ ਕੰਪਨੀ ਕਿਸ ਤਰ੍ਹਾਂ ਉਹਨਾਂ ਦੀ ਹੈਲਪ ਕਰਦੀ ਹੈ? ਹਾਂਜੀ, ਸੋ ਵੀ ਹੈਲਪ them in providing the right kind of insurance। ਠੀਕ ਹੈ। ਸੋ ਸੁਪਰ ਵੀਜ਼ਾ ਲੈਣ ਦੇ ਲਈ ਮੈਂਡੇਟਰੀ ਫੈਕਟਰ ਇੱਕ ਹੈਗਾ ਜਿਹਦੇ ਨਾਲ ਤੁਹਾਨੂੰ ਇੰਸ਼ੋਰੈਂਸ ਪ੍ਰੋਵਾਈਡ ਕਰਨੀ ਪੈਣੀ ਹੈ। ਕਿਉਂਕਿ ਜਦੋਂ ਅਸੀਂ ਕੈਨੇਡੀਅਨ ਰੈਜ਼ੀਡੈਂਟਸ ਜਿਹੜੇ ਹੈਗੇ ਆ, ਸਾਡੇ ਕੋਲ ਹੈਲਥ ਕਾਰਡ ਹੈਗਾ, ਕੇਅਰ ਕਾਰਡ ਹੈਗਾ, ਜਿਹਦਾ ਮਤਲਬ ਕਿ ਸਾਨੂੰ ਜੇ ਕੋਈ ਐਮਰਜੈਂਸੀ ਆ ਜਾਂਦੀ ਹੈਲਥ ਦੀ, ਹਸਪੀਟਲਸ ਆਰ ਕਵਰਡ, ਵੀ ਡੋਂਟ ਹੈਵ ਟੂ ਪੇ ਫॉर दैट। ਪਰ ਜਦੋਂ ਕੋਈ ਵਿਜ਼ਿਟਰ ਆਉਂਦਾ ਹੈਗਾ ਕੈਨੇਡਾ ਦੇ ਵਿੱਚ, ਸੋ ਜਦੋਂ ਪੇਰੈਂਟਸ ਔਨ ਸੁਪਰ ਵੀਜ਼ਾ ਆ ਰਹੇ ਹੈ ਕੈਨੇਡਾ 'ਚ, ਦੇ ਆਰ ਵਿਜ਼ਿਟਰਸ। ਸੋ ਉਸ ਵੇਲੇ ਯੂ ਆਰ ਨੈਵਰ ਸ਼ੋਰ, ਯੂ ਕੈਨੋਟ ਸੇ ਕਿ ਹਾਂਜੀ ਸਾਨੂੰ ਸੱਟ ਨਹੀਂ ਲੱਗ ਸਕਦੀ, ਅਸੀਂ ਬਿਮਾਰ ਨਹੀਂ ਹੋ ਸਕਦੇ। ਸੋ ਇਨ ਦੈਟ ਕੇਸ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਪ੍ਰੋਵਾਈਡ ਕੀਤੀ ਜਾਂਦੀ ਹੈ, ਜਿਹੜੀ ਕਿ ਕੈਰੀਅਰ ਕੈਨੇਡੀਅਨ ਹੀ ਹੋਣੇ ਚਾਹੀਦੇ ਹੈ, ਇੰਸ਼ੋਰੈਂਸ ਕੰਪਨੀ ਕੈਨੇਡੀਅਨ ਹੋਣੀ ਚਾਹੀਦੀ ਹੈ। ਸੋ ਵੀ ਹੈਲਪ ਪੀਪਲ ਗੈਟ ਸੁਪਰ ਵੀਜ਼ਾ ਇੰਸ਼ੋਰੈਂਸ। ਸੋ we always assure best prices and best services for super visa insurance, और क्योंकि ये mandatory है तो we always help our clients to get the best। ਹਰਪ੍ਰੀਤ ਜੀ, ਕਿੰਨੀ ਮਹਿੰਗੀ ਹੈ ਇੰਸ਼ੋਰੈਂਸ ਅਗਰ ਆਮ ਲੋਕਾਂ ਦੀ ਭਾਸ਼ਾ ਵਿੱਚ ਜਾਣਨਾ ਚਾਹੀਏ ਤਾਂ? ਸੋ ਜੇ ਆਪਾਂ ਸੁਪਰ ਵੀਜ਼ਾ ਦੀ ਗੱਲ ਕਰਦੇ ਹਾਂ ਜਾਂ ਐਨੀ ਕਾਈਂਡ ਆਫ ਇੰਸ਼ੋਰੈਂਸ, ਇਟ ਆਲਵੇਜ਼ ਡਿਪੈਂਡਸ ਔਨ ਯੋਰ ਏਜ ਐਂਡ ਯੋਰ ਹੈਲਥ। ਸੋ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਜੇ ਆਪਾਂ ਗੱਲ ਕਰਦੇ ਹਾਂ, ਸੋ ਆਪਾਂ ਪੇਰੈਂਟਸ ਦੀ ਗੱਲ ਕਰ ਰਹੇ ਹਾਂ, ਗ੍ਰੈਂਡ ਪੇਰੈਂਟਸ ਦੀ, ਔਰ ਪੇਰੈਂਟਸ ਔਨ ਗ੍ਰੈਂਡ ਪੇਰੈਂਟਸ ਦੀ ਹੈਲਥ maybe we are talking about age limit say above 45 or 50। ਜੀ ਠੀਕ ਹੈ ਜੀ। ਉਸ ਏਜ ਦੇ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ ਇਦਾਂ ਦੀ ਟਰਬਲ ਤਾਂ ਹੋ ਸਕਦੀ ਹੈ, ਰਾਈਟ? ਅੱਜ ਕੱਲ੍ਹ ਤਾਂ ਯੰਗ ਏਜ ਦੇ ਵਿੱਚ ਹੋ ਜਾਂਦੀ ਹੈ। ਸੋ ਦੋ ਤਰ੍ਹਾਂ ਦੇ ਕੰਪੋਨੈਂਟਸ ਕਵਰ ਕੀਤੇ ਜਾਂਦੇ ਆ, ਬੇਸਿਕ ਤੇ ਕੰਪਰੀਹੈਂਸਿਵ ਇੰਸ਼ੋਰੈਂਸ ਤੇ। ਸੋ ਡਿਪੈਂਡ ਅਗੇਨ ਕਰਦਾ ਕਿ ਆਪਾਂ ਬੇਸਿਕ ਇੰਸ਼ੋਰੈਂਸ ਲੈ ਰਹੇ ਹਾਂ, ਕੰਪਰੀਹੈਂਸਿਵ। ਸੋ ਵੀ ਹੈਵ ਵਾਈਡ ਰੇਂਜ ਆਫ ਪ੍ਰਾਈਸਿੰਗ, ਜਿੱਦਾਂ ਵੀ ਕਿਸੇ ਕਲਾਇੰਟ ਨੂੰ ਸੂਟ ਕਰਦਾ ਹੈ। ਅਗਰ ਜੇਕਰ ਵਿਦਿਆਰਥੀ ਦੀ ਗੱਲ ਕਰੀਏ, ਸਟੂਡੈਂਟਸ ਦੀ ਗੱਲ ਕਰੀਏ, ਜੋ ਉੱਥੇ ਜਾ ਕੇ ਸਿਰਫ ਪੜ੍ਹ ਰਿਹਾ, ਹਾਲੇ ਕੁਝ ਕਮਾ ਨਹੀਂ ਰਿਹਾ, ਸੋ ਆਪਾਂ ਜੇ ਪਰ ਉਹਨੂੰ ਇੰਸ਼ੋਰੈਂਸ ਤਾਂ ਚਾਹੀਦੀ ਹੈ। ਸੋ ਜੇ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ, ਦੇ ਆਰ ਯੰਗ। ਸੋ ਜੇ ਆਪਾਂ ਸਟੂਡੈਂਟ ਵੀਜ਼ਾ ਤੇ ਜਿਹੜੇ ਬੱਚੇ ਆ ਰਹੇ ਨੇ, ਦੇ ਆਰ 18, 19, 20। ਸੋ ਅਪਰੋਕਸੀਮੇਟਲੀ $2 ਦਿਨ ਦੇ, $2 ਪਰ ਡੇ, ਔਰ ਜਿਹਦੇ ਵਿੱਚ ਉਹਨਾਂ ਦੀ $2 million ਤੱਕ ਦੀ ਇੰਸ਼ੋਰੈਂਸ ਕਵਰੇਜ ਹੁੰਦੀ ਹੈ, ਜਿਹਦੇ ਵਿੱਚ ਜੇ ਸੱਟ ਲੱਗ ਜਾਏ ਬੱਚੇ ਨੂੰ ਜਾਂ ਬੱਚਾ ਬਿਮਾਰ ਹੋ ਜਾਂਦਾ, ਦੇ ਆਰ ਕਵਰਡ। ਔਰ ਇਹ ਸ਼ੇਰਜੰਗ ਜੀ, ਜੋ ਮੈਨੂੰ ਆਈ ਥਿੰਕ ਨੌਲੇਜ ਹੈ, ਇਹ ਇੰਸ਼ੋਰੈਂਸ ਜ਼ਰੂਰੀ ਵੀ ਹੈ, ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਬੱਚਾ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਆਪਣਾ ਸਮੈਸਟਰ ਪੂਰਾ ਕਰ ਰਿਹਾ, ਕਈ ਵਾਰੀ ਉਸ ਕਾਲਜ ਦੇ ਵੱਲੋਂ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਹੈਗਾ, ਪਰ ਜਦੋਂ ਬੱਚੇ ਕਈ ਵਾਰੀ ਆਫ ਲੈ ਲੈਂਦੇ ਨੇ, ਜਾਂ ਜਦੋਂ ਉਹਨਾਂ ਨੇ ਆਪਣੀ ਸਟੱਡੀ ਫਿਨਿਸ਼ ਕਰ ਲਈ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿੱਦਾਂ ਵਰਕ ਪਰਮਿਟ ਅਪਲਾਈ ਕੀਤਾ ਹੈਗਾ, ਉਸ ਵਕਤ ਉਹਨਾਂ ਦੇ ਕੋਲ ਯੂਜ਼ਲੀ ਹੈਲਥ ਕਾਰਡ ਨਹੀਂ ਹੁੰਦਾ। ਕਈ ਵਾਰੀ ਦੇਖਿਆ ਗਿਆ, ਕਈ ਵਾਰੀ ਮਿਸਹੈਪ ਹੋਏ ਨੇ, ਕਈ ਵਾਰੀ ਸਾਡੇ ਜਿਹੜੇ ਇੱਥੋਂ ਸਟੂਡੈਂਟ ਕੈਨੇਡਾ 'ਚ ਜਾਂਦੇ ਹੈਗੇ ਨੇ ਇੰਡੀਆ ਤੋਂ, ਉਹਨਾਂ ਦੀ ਡੈਥ ਵੀ ਹੋ ਜਾਂਦੀ ਕਈ ਵਾਰੀ ਸਡਨਲੀ, ਜਾਂ ਕੋਈ ਉਦੋਂ ਕੀ ਹੈ, ਮੀਡੀਆ ਤੇ ਜਾ ਕੇ ਪੈਸੇ ਇਕੱਠੇ ਕਰਨੇ ਪੈਂਦੇ ਨੇ। ਐਂਡ ਆਪਾਂ ਦੇਖਿਆ ਹੈਗਾ, ਜਿਹੜੇ ਸਟੂਡੈਂਟ ਇੰਡੀਆ ਤੋਂ ਕੈਨੇਡਾ ਵਿੱਚ ਜਾਂਦੇ ਹੈਗੇ ਨੇ, ਪੇਰੈਂਟਸ ਨੂੰ ਕਈ ਵਾਰੀ ਕਿੰਨੇ ਲੋਨ ਚੱਕਣੇ ਪੈਂਦੇ ਹੈਗੇ ਨੇ। ਸੋ ਜਿਹੜਾ ਸਟੂਡੈਂਟ ਹੈਗਾ, ਉਹ ਕੱਲ ਨੂੰ ਕੋਈ, ਪਹਿਲੀ ਗੱਲ ਤਾਂ ਪਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਕੋਈ ਇਦਾਂ ਦਾ ਹੈਲਥ ਇਸ਼ੂ ਜਾਂ ਕੁਝ ਨਾ ਹੋਵੇ, ਪਰ ਬਾਈ ਚਾਂਸ ਜੇ ਕੋਈ ਟਰਬਲ ਆਉਂਦੀ ਹੈ ਤਾਂ ਸਾਡੇ ਕੋਲ ਪ੍ਰੋਪਰ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਜਿਹਦੇ 'ਚ ਕਿ ਅਗਰ ਬਾਈ ਚਾਂਸ ਪਰਸਨ ਦੀ ਡੈਥ ਹੋ ਜਾਂਦੀ ਹੈ ਤਾਂ ਬਾਡੀ ਨੂੰ ਵਾਪਸ ਇੰਡੀਆ ਭੇਜਣ ਦਾ ਵੀ ਸਾਰੇ ਦਾ ਸਾਰਾ ਜਿਹੜਾ ਖਰਚਾ ਮੋਸਟਲੀ ਕਵਰ ਕੀਤਾ ਜਾਂਦਾ ਹੈਗਾ। ਸੋ ਆਲਵੇਜ਼ ਇਹ ਐਡਵਾਈਜ਼ੇਬਲ ਹੈ, ਇੰਸ਼ੋਰੈਂਸ ਨੂੰ ਆਪਾਂ ਆਪਣੀ ਪ੍ਰਾਇੋਰਟੀ ਮੰਨੀਏ, ਨਾ ਕਿ ਆਪਾਂ ਇਹਨੂੰ ਇਹ ਸੋਚੀਏ ਵੀ ਠੀਕ ਹੈ ਵੀ ਹੌਲੀ ਕਰਵਾ ਲਾਂਗੇ, ਬਿਕਾਜ਼ ਜਿੰਨੀ ਆਪਣੀ ਏਜ ਘੱਟ ਹੁੰਦੀ ਹੈ ਉਨਾ ਹੀ ਆਪਾਂ ਨੂੰ ਬੈਸਟ ਜਿਹੜਾ ਇੰਸ਼ੋਰੈਂਸ ਕੰਪਨੀ ਵੱਲੋਂ ਪਲਾਨ ਜਿਹੜੇ ਆਫਰ ਕੀਤੇ ਜਾਂਦੇ ਨੇ, ਐਂਡ ਜਿਹੜਾ ਪ੍ਰਾਈਸ ਹੈ ਉਹ ਵੀ ਕਾਫੀ ਘੱਟ ਹੁੰਦਾ। ਜਿੱਦਾਂ ਤੁਸੀਂ ਸੁਪਰ ਵੀਜ਼ਾ ਦਾ ਕਿਹਾ ਸੀਗਾ
ਅਗਰ ਸਾਡੇ ਪੇਰੈਂਟਸ ਦੀ ਉਮਰ 50 55 60 ਸਾਲ ਦੇ ਦਰਮਿਆਨ ਹੈ, ਜੀ। ਜਿਹੜਾ ਚੰਗਾ ਇੰਸ਼ੋਰੈਂਸ ਪਲਾਨ ਅਪਰੋਕਸੀਮੇਟਲੀ $1500 ਸਾਲ ਤੋਂ ਸਟਾਰਟ ਹੋ ਜਾਂਦਾ ਹੈ ਜੀ। ਸੋ ਜਿਵੇਂ ਜਿਵੇਂ ਏਜ ਵੱਧਦੀ ਹੈਗੀ, ਜੇ ਮੰਨ ਲਓ ਕਿਸੇ ਦੀ ਏਜ 70 ਸਾਲ ਤੋਂ ਉੱਪਰ ਹੈਗੀ ਹੈ ਤੇ ਉਹਨਾਂ ਨੂੰ ਸਾਲ ਦੇ ਅਪਰੋਕਸੀਮੇਟਲੀ $3000 ਤੋਂ ਜਿਹੜਾ ਹੈਗਾ ਜ਼ਿਆਦਾ ਦੇਣੇ ਪੈਂਦੇ ਨੇ। ਪਰ ਮੈਂ ਕਹਿੰਦਾ ਵੀ ਇਹ ਜਿਹੜੀ ਇੰਸ਼ੋਰੈਂਸ ਦੀ ਕਾਸਟ ਹੈਗੀ ਹੈ, ਇਹ ਕੁਛ ਵੀ ਨਹੀਂ। ਸਭ ਤੋਂ ਪਹਿਲਾਂ ਸਾਡਾ ਰਿਸਕ ਕਵਰ ਹੋਇਆ, ਕਿਉਂਕਿ ਇਹ 'ਚ ਹਸਪੀਟਲਾਈਜੇਸ਼ਨ, ਹੈਲਥ ਕੇਅਰ ਤੇ ਰੀਪੈਟਰੀਏਸ਼ਨ ਤਿੰਨੇ ਚੀਜ਼ਾਂ ਜਿਹੜੀਆਂ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਜਿਹੜੀਆਂ ਕਹੀਆਂ ਗਈਆਂ ਨੇ ਉਹ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ। ਬਾਕੀ ਅਸੀਂ ਕੈਨੇਡੀਅਨ ਕੰਪਨੀਜ਼ ਦੇ ਨਾਲ ਕਨੈਕਟਡ ਹੋਣ ਕਰਕੇ, ਬਿਕਾਜ਼ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੂੰ ਸਿਰਫ ਕੈਨੇਡੀਅਨ ਕੰਪਨੀ ਦਾ ਪਲਾਨ ਹੀ ਜਿਹੜਾ ਸੂਟੇਬਲ ਹੁੰਦਾ ਹੈਗਾ ਠੀਕ। ਤੇ ਉਹੀ ਰਿਕਮੈਂਡ ਕੀਤਾ ਜਾਂਦਾ ਹੈ। ਸੋ ਵੀ ਆਰ ਪ੍ਰੋਵਾਈਡਿੰਗ ਬੈਸਟ ਇੰਸ਼ੋਰੈਂਸ ਪਲਾਨ ਜਿੰਨੀ ਵੀ ਆਪਣੀ ਕਮਿਊਨਿਟੀ ਉਹਨਾਂ ਲਈ। ਬਾਕੀ ਮੈਂ ਸਟੂਡੈਂਟਸ ਦਾ ਜ਼ਰੂਰ ਕਹਾਂਗਾ ਨਾਲ ਨਾਲ ਜਿਹੜਾ ਸੁਪਰ ਵੀਜ਼ੇ ਦਾ ਹੈਗਾ, ਸੁਪਰ ਵੀਜ਼ੇ 'ਚ ਅੱਜ ਕੱਲ੍ਹ 90,000 ਹੁਣ ਤੱਕ ਜਿਹੜੇ ਪੇਰੈਂਟਸ ਉੱਥੇ ਸੁਪਰ ਵੀਜ਼ੇ ਨਾਲ ਆ ਚੁੱਕੇ ਹੈਗੇ ਜੀ। ਨੇ। ਐਂਡ ਇਹਦੇ ਚੋਂ 40% ਦੇ ਕਰੀਬ ਹੈ ਜਿਹੜੇ ਸਾਡੇ ਇੰਡੀਅਨਸ ਜਿਹੜੇ ਹੈਗੇ ਨੇ, ਖਾਸ ਕਰਕੇ ਮੈਂ ਕਹੂੰਗਾ ਉਹਨਾਂ ਚੋਂ ਪੰਜਾਬੀ ਜਿਹੜੇ ਉੱਥੇ ਗਏ ਹੈਗੇ ਨੇ। ਤੇ ਬਹੁਤ ਹੀ ਵਧੀਆ ਇੱਕ ਵੀਜ਼ਾ ਹੈਗਾ ਜਿਹਦੇ ਨਾਲ ਕੀ ਹੈਗਾ, ਫੈਮਲੀਜ਼ 2 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈਗਾ ਯੂਨਾਈਟ ਹੋ ਜਾਂਦੀਆਂ ਨੇ। ਜੀ। ਜੇ ਆਪਾਂ ਪਰਮਾਨੈਂਟ ਤੌਰ ਤੇ ਅਪਲਾਈ ਕਰਦੇ ਹਾਂ ਆਪਣੇ ਪੇਰੈਂਟਸ ਨੂੰ ਤੇ ਅਪਰੋਕਸੀਮੇਟਲੀ ਕਈ ਵਾਰੀ 4-5 ਸਾਲ ਜਾਂ ਉਸ ਤੋਂ ਜ਼ਿਆਦਾ ਵੀ ਲੱਗ ਜਾਂਦੇ ਸੀਗੇ। ਇਹ ਗਵਰਨਮੈਂਟ ਨੇ ਬਹੁਤ ਵਧੀਆ ਕੀਤਾ ਹੈ, ਜਿਹਦੇ ਨਾਲ ਕੀ ਹੈਗਾ ਵੀ ਆਪਣੇ ਜਿਹੜੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕੈਨੇਡਾ ਦੇ ਵਿੱਚ ਜਾਂਦੇ ਹੈਗੇ ਨੇ, ਉਹ ਆਪਣੇ ਬੱਚਿਆਂ ਨਾਲ ਆਪਣੇ ਗਵਰਨਮੈਂਟ ਦੀ ਵੀ, ਸਰਕਾਰਾਂ ਦੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਿਹਤਰ ਤੋਂ ਬਿਹਤਰ ਪਲਾਨਸ ਲੈ ਕੇ ਆਈਏ ਤਾਂ ਕਿ ਲੋਕ ਇੰਸ਼ੋਰੈਂਸ ਤੋਂ ਘਬਰਾਉਣ ਨਾ। ਪਰ ਹਰਪ੍ਰੀਤ ਕੌਰ ਜੀ, ਜਾਂਦੇ ਜਾਂਦੇ ਤੌਰ ਤੋਂ ਜਾਣਨਾ ਚਾਹਾਂਗੇ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਜੋ ਕਿ ਇੰਸ਼ੋਰੈਂਸ ਲੈਣ ਤੋਂ ਘਬਰਾਉਂਦੇ ਨੇ ਕਿ ਸਾਡਾ ਫालतू ਦਾ ਖਰਚਾ ਹੈ? ਨਹੀਂ, ਫालतू ਦਾ ਖਰਚਾ ਨਹੀਂ ਹੈ ਜੀ। ਅਗੇਨ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਪਲਾਨ ਲੈਣੇ ਆ, ਬਟ ਜਿੱਦਾਂ ਦਾ ਵੀ ਪਲਾਨ ਲੈਣੇ ਆ, ਇਟ ਇਜ਼ ਫॉर ਆਰਸੈਲਫ ਐਂਡ ਆਰ ਫੈਮਿਲੀ। ਆਈ ਵੁੱਡ ਸੇ ਕਿ ਫॉर एग्जाम्पल शेरजंग ऑलवेज सेज कि ਜਿਹੜਾ ਬ੍ਰੈਡ ਵਿਨਰ ਹੈ ਐਟਲੀਸਟ ਉਹਦੀ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਬਿਕਾਜ਼ ਉਹਨਾਂ ਤੇ ਸਭ ਕੁਝ ਡਿਪੈਂਡ ਕਰਦਾ ਹੈ। ਇਫ ਦ ਬ੍ਰੈਡ ਵਿਨਰ ਇਜ਼ ਨਾਟ देयर ਐਨੀ ਮੋਰ ਐਂਡ ਦ ਕਿਡਸ ਆਰ ਯੰਗ, what will happen? ਜੇ ਆਪਾਂ ਕੈਨੇਡੀਅਨ ਸਾਈਡ ਦੀ ਗੱਲ ਕਰੀਏ, ਆਪਾਂ ਇੱਥੇ ਇੰਡੀਆ ਦੇ ਆਪਾਂ ਸੋਚ ਲੈਂਦੇ ਹਾਂ ਕਈ ਵਾਰੀ ਕਿ ਐਂਸੈਸਟਰਲ ਪ੍ਰਾਪਰਟੀ ਹੈਗੀ ਹੈ, ਪੇਰੈਂਟਸ ਦਾ ਘਰ ਹੈ, ਆਪਾਂ ਉੱਥੇ ਹੀ ਰਹਿ ਰਹੇ ਹਾਂ। ਬਟ ਵੈਨ ਯੂ ਗੋ ਦੇਅਰ ਟੂ ਦੀਜ਼ ਕੰਟਰੀਜ਼ ਐਂਡ ਯੂ ਮੇਕ ਐਵਰੀਥਿੰਗ ਵਿਦ ਯੋਰ ਓਨ ਹੈਂਡਸ ਐਟ ਦੈਟ ਪੁਆਇੰਟ ਆਫ ਟਾਈਮ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚੀਜ਼ ਸਾਡੀ ਹੈ, ਸਭ ਚੀਜ਼ਾਂ ਬੈਂਕਸ ਦੀਆਂ ਹੈਗੀਆਂ ਨੇ। ਜੇ ਤੁਸੀਂ ਘਰ ਲੈ ਲਿਆ ਉਹ ਬੈਂਕ ਦਾ, ਠੀਕ ਹੈ ਜੀ। ਤੁਸੀਂ ਗੱਡੀ ਲੈ ਲਈ, ਲੋਨ ਚੜਿਆ ਹੁੰਦਾ। ਐਬਸੋਲੂਟਲੀ, ਇਟਸ ਆਲ ਲੋਨਸ। ਤੁਹਾਨੂੰ ਐਂ ਲੱਗਦਾ ਸਾਡਾ ਹੈ, ਬਟ ਨੋ, ਇਫ ਦੈਟ ਪਰਸਨ ਇਜ਼ ਨੋ ਲੌਂਗਰ ਦੇਅਰ, ਵਾਈਫ ਜਾਂ ਬੱਚੇ ਕਿੱਦਾਂ ਪੇ ਕਰਨਗੇ? ਸੋ ਆਈ ਥਿੰਕ ਇੰਸ਼ੋਰੈਂਸ ਇਜ਼ ਵੈਰੀ ਇੰਪੋਰਟੈਂਟ। ਇਟ ਇਜ਼ ਮਸਟ ਏ ਮੇਜਰ ਕੰਪੋਨੈਂਟ ਹੈਗਾ, ਇੱਕ ਮੇਜਰ ਪਲੇਟਫਾਰਮ ਹੈ ਜਿਹਦੇ ਉੱਪਰ ਸਾਰਾ ਕੁਝ ਖੜਾ। ਬਿਲਕੁਲ। ਰਾਣਾ ਸਾਹਿਬ, ਜਾਂਦੇ ਜਾਂਦੇ ਤੁਹਾਡੇ ਤੋਂ ਵੀ ਇਹ ਜ਼ਰੂਰ ਜਾਣਨਾ ਚਾਹਾਂਗੇ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਹੀ ਲੋਕਾਂ ਲਈ? ਮੇਰਾ ਮੈਸੇਜ ਇਹ ਹੈ ਕਿ ਸਿਰਫ ਇਹ ਨਹੀਂ ਹੈ ਵੀ ਆਪਾਂ ਇੰਡੀਆ ਤੋਂ ਕੈਨੇਡਾ ਜਾ ਰਹੇ ਹਾਂ ਜਾਂ ਅਮਰੀਕਾ ਜਾ ਰਹੇ ਹਾਂ, ਕਿਤੇ ਵੀ ਸਾਡੇ ਸਟੂਡੈਂਟ ਜਾ ਰਹੇ ਨੇ ਜਾਂ ਆਪਾਂ ਆਪ ਮਾਈਗ੍ਰੇਟ ਕਰ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਜਾਂ ਨਿਊਜ਼ੀਲੈਂਡ ਜਾਂ ਯੂਰਪ ਦੇ ਵਿੱਚ, ਕਿਸੇ ਵੀ ਕੰਟਰੀ ਦੇ ਵਿੱਚ ਇੰਸ਼ੋਰੈਂਸ ਇਜ਼ ਮਸਟ। ਕਿਉਂਕਿ ਕੀ ਆਪਾਂ ਇੰਡੀਅਨਸ ਜਿਹੜੇ ਹੈਗਾ, ਆਪਾਂ ਆਪਣੀ ਪਰਿਵਾਰ ਨੂੰ, ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਦੇ। ਜਿਹੜੇ ਸਾਡੇ ਡਿਪੈਂਡੈਂਟਸ ਹੈਗੇ ਨੇ, ਆਪਣੇ ਬੱਚਿਆਂ ਨੂੰ, ਸਾਡੇ ਪੇਰੈਂਟਸ, ਸਾਡੇ ਜਿਹੜੇ ਸਪਾਊਸ ਹੈਗੇ ਨੇ, ਜਿਹੜੀ ਇੰਸ਼ੋਰੈਂਸ ਹੈ ਮੈਂ ਇਹ ਕਹੂੰਗਾ ਇੱਕ ਰਿਫਲੈਕਸ਼ਨ ਆਫ ਲਵ ਹੈਗਾ। ਠੀਕ ਹੈ, ਅਸੀਂ ਜਿਉਂਦੇ ਜੀ ਤਾਂ ਆਪਣੀ ਫੈਮਿਲੀ ਲਈ ਬਹੁਤ ਕੁਝ ਕਰਦੇ ਹਾਂ, ਐਂਡ ਮੈਂ ਇਹ ਕਹੂੰਗਾ ਪਰਮਾਤਮਾ ਨੇ ਸਿਰਫ ਇੱਕ ਜਿਹੜਾ ਹਿਊਮਨ ਬੀਇੰਗ ਹੈ ਉਹਨੂੰ ਇੱਕ ਇੱਦਾਂ ਦਾ ਦਿਮਾਗ ਦਿੱਤਾ ਹੈਗਾ। ਨਹੀਂ ਤਾਂ ਆਪਾਂ ਦੇਖ ਲਈ ਜਿਹੜੇ ਪਸ਼ੂ ਪੰਛੀ ਹੈਗੇ ਨੇ, ਠੀਕ ਹੈ ਜੀ, ਉਹ ਆਪਣੇ ਬੱਚਿਆਂ ਬਾਰੇ ਸੋਚ ਵੀ ਨਹੀਂ ਸਕਦੇ ਵੀ ਓਕੇ ਵੀ ਸਾਡੀ ਡੈਥ ਤੋਂ ਬਾਅਦ ਉਹਨਾਂ ਦਾ ਕੀ ਬਣੇਗਾ। ਪਰ ਅਸੀਂ ਆਪਣੇ ਪ੍ਰੈਜ਼ੈਂਟ ਨੂੰ, ਆਪਣੇ ਫਿਊਚਰ ਨੂੰ ਅਸੀਂ ਇਹ ਸੋਚਦੇ ਹਾਂ ਵੀ ਓਕੇ ਜਿਹੜੇ ਸਾਡੇ ਬੱਚੇ ਹੈਗੇ ਉਹਨਾਂ ਨੂੰ ਕੋਈ ਵੀ ਇੱਦਾਂ ਦਾ ਫਾਈਨੈਂਸ਼ੀਅਲ ਕੋਈ ਇੱਦਾਂ ਦਾ ਪ੍ਰੋਬਲਮ ਨਾ ਆਵੇ। ਸੋ ਇੰਸ਼ੋਰੈਂਸ ਇੱਕ ਬਹੁਤ ਵੱਡਾ ਜਿਹੜਾ ਰੋਲ ਪਲੇ ਕਰਦੀ ਹੈ। ਬੇਸਿਕਲੀ ਜਿੱਦਾਂ ਮੈਂ ਦੱਸਣਾ ਚਾਹੁੰਦਾ, ਸਾਡੀਆਂ 2 ਬੇਟੀਆਂ ਨੇ, ਪ੍ਰਾਈਵੇਟ ਸਕੂਲ 'ਚ ਪੜ੍ਹਦੀਆਂ। ਵੀ ਆਰ ਪ੍ਰੋਵਾਈਡਿੰਗ ਬੈਸਟ, ਉਹਨਾਂ ਨੂੰ ਅਸੀਂ ਲਿਵਿੰਗ ਪ੍ਰੋਵਾਈਡ ਕਰ ਰਹੇ ਹੈਗੇ ਆ। ਸੋ ਇਹੀ ਇੱਕ ਸੁਪਨਾ ਹਰੇਕ ਪੇਰੈਂਟਸ ਦਾ ਹੁੰਦਾ ਹੈ। ਬਿਲਕੁਲ। ਐਂਡ ਉਹਨਾਂ ਨੂੰ ਹੁੰਦਾ ਵੀ ਓਕੇ ਸਾਡੇ ਬੱਚੇ, ਸਾਡੇ ਸਪਾਊਸ, ਸਾਡੇ ਜਿਹੜੇ ਪੇਰੈਂਟਸ ਹੈਗੇ ਨੇ, ਕਿਸੇ ਨੂੰ ਜਾਂ ਜਿਹੜੇ ਲੋਕ ਉਹਨਾਂ ਤੇ ਡਿਪੈਂਡੈਂਟ ਹੈਗੇ ਨੇ, ਉਹਨਾਂ ਨੂੰ ਕਦੇ ਵੀ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆਵੇ। ਸੋ ਇਹੀ ਕਾਰਨ ਹੈ ਇੰਸ਼ੋਰੈਂਸ ਇੱਕ ਬੈਸਟ ਆਪਸ਼ਨ ਹੁੰਦੀ ਹੈ, ਇੱਕ ਬੈਕਅਪ ਪਲਾਨ ਹੁੰਦਾ ਹੈ ਹਮੇਸ਼ਾ ਸਾਰਿਆਂ ਲਈ। ਵੀ ਬਾਈ ਚਾਂਸ ਅਗਰ ਕੋਈ ਸਡਨ ਡੈਥ ਹੋ ਜਾਂਦੀ ਹੈ, ਕੋਈ ਕ੍ਰਿਟੀਕਲ ਇਲਨੈਸ ਆ ਜਾਂਦੀ ਹੈ ਜਾਂ ਇੰਜਰੀ ਹੋ ਜਾਂਦੀ ਹੈ, ਉਦੋਂ ਫਿਰ ਸਾਰੇ ਲੋਕੀ ਆਪਣੇ ਹੱਥ ਪੈਰ ਮਾਰਦੇ ਨੇ। ਪਰ ਇੰਸ਼ੋਰੈਂਸ ਬਹੁਤ ਜ਼ਰੂਰੀ ਹੁੰਦੀ ਹੈ, ਬਹੁਤ ਜ਼ਰੂਰੀ ਹੈ ਜੀ। ਸੋ ਇਹੀ ਕਾਰਨ ਹੈ ਪੰਜਾਬ ਇੰਸ਼ੋਰੈਂਸ ਆਲਵੇਜ਼ ਜਿਹੜਾ ਇਹੀ ਮੈਸੇਜ ਦਿੰਦਾ ਹੈਗਾ
ਵੀ ਭਾਵੇਂ ਆਪਾਂ ਕੈਨੇਡਾ 'ਚ ਨਵੇਂ ਆਏ ਹੈਗੇ ਜਾਂ ਪੁਰਾਣੇ ਹੈਗੇ ਆ, ਜੀ। ਸਾਡੇ ਕੋਲ ਪ੍ਰੋਪਰ ਇੰਸ਼ੋਰੈਂਸ ਕਵਰੇਜ ਹੋਣੀ ਬਹੁਤ ਲਾਜ਼ਮੀ ਹੈ ਜੀ। ਚਲੋ ਰਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਹਰਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ Thank ਸ਼ੁਕਰੀਆ you. ਤੁਸੀਂ ਸਟੂਡੀਓ ਵਿੱਚ ਆਏ ਔਰ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਹੀ ਵਧੀਆ ਉਮਦਾ ਜਾਣਕਾਰੀ ਉਹਨਾਂ ਲੋਕਾਂ ਨੂੰ ਦਿੱਤੀ ਹੈ ਜੋ ਕਿ ਇੰਸ਼ੋਰੈਂਸ ਆਪਣੀ ਨਹੀਂ ਕਰਵਾਉਂਦੇ ਔਰ ਇੰਸ਼ੋਰੈਂਸ ਤੋਂ ਭੱਜਦੇ ਵਿਖਾਈ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਸਾਡੇ ਸਟੂਡੀਓ ਵਿੱਚ ਆਉਣ ਦੇ ਲਈ। ਐਟ ਦਾ ਐਂਡ ਤੁਹਾਡਾ ਤੇ ਪੀਟੀਸੀ ਚੈਨਲ ਐਂਡ ਪੀਟੀਸੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਡੀਆ ਦੇ ਵਿੱਚ ਜਿਹੜਾ ਰਿਕਾਰਡ ਕਰਕੇ ਪੂਰੇ ਵਰਲਡ ਦੇ ਵਿੱਚ ਜਿਹੜਾ ਸਾਡਾ ਮੈਸੇਜ ਕਨਵੇ ਕਰਨਾ। ਥੈਂਕ ਯੂ ਵੈਰੀ ਮਚ ਸਾਰਿਆਂ ਨੂੰ। थैंक यू Thank you. और इसी साड़ी खास पेशकश और इस पेशकश के जरिए उन्होंने लोगों को ज्ञान जरूर हासिल होया होएगा जो कि इंश्योरेंस अपनी नहीं करवाते क्योंकि इंश्योरेंस बहुत ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਕਿਉਂਕਿ ਜੇਕਰ ਤੁਸੀਂ ਲੋਨ ਲਿੱਤਾ ਹੋਇਆ ਜਾਂ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਬੱਚੇ ਇਸ ਸਮੇਂ ਤੁਹਾਡੇ ਨਾਲ ਕੈਨੇਡਾ ਵਿੱਚ ਨੇ ਅਮਰੀਕਾ ਵਿੱਚ ਨੇ ਤਾਂ ਉਹਨਾਂ ਲਈ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ ਕਿਉਂਕਿ ਰੱਬ ਨਾ ਕਰੇ ਜੇਕਰ ਤੁਹਾਨੂੰ ਕੁਝ ਹੋ ਜਾਂਦਾ ਹੈ ਤਾਂ ਉਹਨਾਂ ਦੀ ਦੇਖਭਾਲ ਪੰਜਾਬ ਇੰਸ਼ੋਰੈਂਸ ਵਰਗੇ ਹੀ ਹੋਰ ਇੰਸ਼ੋਰੈਂਸ ਕੰਪਨੀਆਂ ਕਰਦੀਆਂ ਨੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਦੇ ਲਈ।